ਸਤਿ ਸ਼੍ਰੀ ਅਕਾਲ। ਕਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਵਿੰਦਰ ਸਿੰਘ ਸਵਾਗਤ ਕਰਦਾ। ਤੁਹਾਨੂੰ ਦੱਸ ਦਈਏ ਕਿ ਕੇਂਦਰ ਨਾਲ ਕਿਸਾਨ ਜਥੇਬੰਦੀਆਂ ਦੀ 7ਵੇਂ ਗੇੜ ਦੀ ਬੈਠਕ ਦੇ ਵਿੱਚ ਕੋਈ ਵੀ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਇਆ ਸੀ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਬੈਠਕ ਸਿੰਘੂ ਬਾਰਡਰ ਦੇ ਉੱਤੇ ਬੁਲਾਈ ਗਈ ਹੈ, ਜਿਸ ਵਿੱਚ ਉਹਨਾਂ ਵੱਲੋਂ ਰਣਨੀਤੀ ਉਲੀਕੀ ਗਈ ਹੈ ਕਿ ਜੋ 6 ਜਨਵਰੀ ਦੀ ਦਿੱਲੀ ਟਰੈਕਟਰ ਰੈਲੀ ਦੀ ਕਾਲ ਦਿੱਤੀ ਗਈ ਸੀ, ਉਹਨੂੰ ਮੌਸਮ ਦੀ ਤਬਦੀਲੀ ਨੂੰ ਦੇਖਦਿਆਂ ਹੋਇਆਂ ਉਹਦੀ ਤਾਰੀਖ ਬਦਲ ਕੇ 7 ਜਨਵਰੀ ਰੱਖ ਦਿੱਤੀ ਗਈ ਹੈ। ਪਰ ਜੋ ਬਾਕੀ ਦੇ ਪ੍ਰੋਗਰਾਮ ਨੇ ਉਹ ਉਸੇ ਤਰ੍ਹਾਂ ਜਾਰੀ ਰਹਿਣਗੇ। ਜਿਸ ਤਰ੍ਹਾਂ 26 ਜਨਵਰੀ ਨੂੰ ਟਰੈਕਟਰ ਪਰੇਡ ਦਾ ਪ੍ਰੋਗਰਾਮ ਉੱਥੇ ਰੱਖਿਆ ਗਿਆ ਹੈ ਗਣਤੰਤਰ ਦਿਵਸ ਵਾਲੇ ਦਿਨ। ਇਹਦੇ ਨਾਲ ਹੀ ਜੋ ਅਗਲੀ ਬੈਠਕ ਹੋਣ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਨਾਲ, ਉਹਦਾ ਸਮਾਂ 8 ਜਨਵਰੀ ਹੈ। ਬੇਸ਼ੱਕ ਇਸ ਬੈਠਕ ਦੇ ਵਿੱਚ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ, ਪਰ ਫਿਲਹਾਲ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਰਣਨੀਤੀ ਹੈ ਜੋ ਉਹ ਪਹਿਲਾਂ ਹੀ ਲਿਖ ਦਿੱਤੀ ਗਈ ਹੈ ਕਿ ਜੇਕਰ ਕੋਈ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਆਉਂਦਾ ਤਾਂ ਇਹ ਰਣਨੀਤੀ ਹੈ ਜੋ ਇਹ ਫੈਸਲੇ ਇੱਥੇ ਲੈ ਗਏ ਨੇ ਉਹ ਲਾਗੂ ਕੀਤੇ ਜਾਣਗੇ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸਹਿਯੋਗੀ ਸਿੰਘੂ ਬਾਰਡਰ ਦੇ ਉੱਤੇ ਇਸ ਪ੍ਰੈਸ ਕਾਨਫਰੰਸ ਦੇ ਉੱਤੇ ਜੁੜੇ ਹੋਏ ਨੇ। ਤੁਹਾਨੂੰ ਵਧੇਰੇ ਜਾਣਕਾਰੀ ਦੇ ਲਈ ਉਹਨਾਂ ਕੋਲ ਲੈ ਚੱਲਦੇ ਹਾਂ ਤੇ ਉਹਨਾਂ ਵੱਲੋਂ ਕੀਤੀ ਗਈ ਵੱਖ-ਵੱਖ ਆਗੂਆਂ ਨਾਲ ਇਸ ਸੰਬੰਧੀ ਕੀਤੀ ਗਈ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ। ਸਾਡੇ ਨਾਲ ਸਿਰਸਾ ਸਾਹਿਬ ਮੌਜੂਦ ਨੇ। ਸਿਰਸਾ ਸਾਹਿਬ 7 ਤੇ 9 ਤੇ 13 ਨੂੰ 3 ਪ੍ਰੋਗਰਾਮ ਲਿਖੇ ਗਏ ਤੁਹਾਡੇ ਵੱਲੋਂ, ਤੇ 7 ਤਰੀਕ ਨੂੰ ਕਿਹੜਾ ਮਾਰਚ ਤੇ ਕਿਵੇਂ ਹੋਵੇਗਾ? 7 ਤਰੀਕ ਨੂੰ ਜਿਹੜੀ ਟਰੈਕਟਰ ਰੈਲੀ ਹੈ ਉਹ ਅਸੀਂ ਕਰ ਰਹੇ ਹਾਂ, ਕਿਉਂਕਿ 26 ਤਰੀਕ ਨੂੰ ਅਸੀਂ ਜਿਹੜਾ ਹੈ ਉਹ ਜਿਹੜੀ ਟਰੈਕਟਰ ਰੈਲੀ ਰਾਹੀਂ ਜਿਹੜਾ ਪਰੇਡ ਕੀਤੀ ਜਾਏਗੀ, ਜਿਹੜੀ 26 ਜਨਵਰੀ ਜਿਹੜੀ ਆ ਰਹੀ ਆ ਉਹ ਟਰੈਕਟਰ ਰੈਲੀ ਨਾਲ ਪਰੇਡ ਕੀਤੀ ਜਾਏਗੀ। ਉਹਦੀ ਅਸੀਂ ਰਿਹਰਸਲ ਕਰਨ ਜਾ ਰਹੇ ਹਾਂ। ਜਿਹੜਾ ਇਥੋਂ ਜਿਸ ਤਰ੍ਹਾਂ ਕਿਵੇਂ ਦੀ ਹੋਵੇਗੀ, ਉਹਦੇ ਚ ਕੀ ਕੁਝ ਹੋਊਗਾ, ਝੰਡੇ ਕਿੱਦਾਂ ਦੇ ਹੋਣਗੇ, ਸਮਰਪਿਤ ਕਿਹਨੂੰ ਹੋਵੇਗੀ? ਦੇਖੋ ਉਹ ਸਮਰਪਿਤ ਜਿਹੜੀ ਆ ਤੁਸੀਂ ਇਹ ਵੇਖੋ ਨਾ ਵੀ 26 ਜਨਵਰੀ ਗਣਤੰਤਰ ਦਿਵਸ ਜਿਹੜਾ ਉਹ ਮਨਾਇਆ ਜਾਂਦਾ, ਤੇ ਇਹ ਜਿੱਦਣ ਇਹਨਾਂ ਨੇ ਸੰਵਿਧਾਨ ਜਿਹੜਾ ਉਹ ਲਾਗੂ ਜਿਹੜਾ ਕੀਤਾ ਸੀ ਉਸੇ ਸੰਵਿਧਾਨ ਦੀ ਜਿਹੜੀ ਆ ਉਹ ਉਲੰਘਣਾ ਹੋ ਰਹੀ ਹੈ। ਤੇ ਅਸੀਂ ਵੀ ਜਿਹੜਾ ਉਹ 26 ਤਰੀਕ ਨੂੰ ਉੱਥੇ ਇਹਨਾਂ ਨੇ ਮਨਾਉਣੀਆਂ ਦਿੱਲੀ ਨੇ, ਪਰ ਅਸੀਂ ਉਹਨਾਂ ਨੂੰ ਦੱਸਣਾ ਵੀ ਇਹ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਇਹ ਜਿਹੜਾ ਦਿਵਸ ਹੈ ਇਹ ਕਿਸਾਨਾਂ ਦਾ, ਇਹ ਐਤਕੀ ਜਿਹੜੀ ਆ ਪਰੇਡ ਕਿਸਾਨ ਕਰਨਗੇ। ਅਸੀਂ ਉਹ ਟਰੈਕਟਰ ਰੈਲੀ ਜਿਹੜੀ ਆ ਵੀ ਇਹ ਟਰੈਕਟਰ ਜਿਹੜਾ ਟਰੈਕਟਰ ਪਰੇਡ ਹੋਏਗੀ ਤੇ ਉਹਦੇ ਵਿੱਚ ਪ੍ਰੋਗਰਾਮ ਹੋਊਗਾ। ਰੈਸਲ ਕਿੱਦਾਂ ਦੀ ਹੋਊਗੀ ਜਿਹੜੀ ਰੈਸਲ ਕੀਤੀ ਜਾਂਦੀ, ਕਿਉਂਕਿ ਰੈਸਲ ਤਾਂ ਕੀਤੀ ਜਾਂਦੀ ਜਿਹੜੀ ਚੀਜ਼ ਦਾ ਵੱਲ ਨਾ ਹੋਵੇ। ਟਰੈਕਟਰਾਂ ਦਾ ਤਾਂ ਵੱਲ ਹੈ ਹੀ ਆ ਕਿਸਾਨਾਂ ਨੂੰ, ਜੇ ਦਿੱਲੀ ਆ ਸਕਦੇ ਤੇ ਉਹ ਕੀ ਉਹਦੇ ਚ ਹੋਊਗਾ? ਦੇਖੋ ਇਹ ਇੱਕ ਪ੍ਰੋਗਰਾਮ ਹੁੰਦਾ, ਤੁਹਾਨੂੰ ਵੀ ਪਤਾ ਹੈ ਕਿ ਇਹਦੇ ਵਿੱਚ ਉੱਥੇ ਇਹ ਤਾਂ ਹੈ ਨਹੀਂ ਵੀ ਅਸੀਂ ਹੁਣ ਜਿਹੜੀਆਂ ਵੱਖ-ਵੱਖ ਕਿਸਮ ਦੀਆਂ ਜਿਸ ਤਰ੍ਹਾਂ ਕਿ ਝਾਕੀਆਂ ਨੇ ਜਿਹੜੀਆਂ ਉਹ ਤਾਂ ਭਾਵੇਂ ਬੇਸ਼ੱਕ ਸਾਡੇ ਕੋਲ ਨਾ ਆਉਣਗੀਆਂ ਜਿਵੇਂ ਇਹ ਕਰਦੇ ਨੇ, ਪਰ ਅਸੀਂ ਉਹਨਾਂ ਨੂੰ ਇਹ ਦੱਸਣਾ ਕਿ ਤੁਸੀਂ ਆਹ ਜਿਹੜੀ ਰੈਲੀ ਜਿਹੜੀ ਤੁਸੀਂ ਪਰੇਡ ਕਰ ਰਹੇ ਜੇ, ਅਸਲ ਪਰੇਡ ਆ ਕਿਸਾਨਾਂ ਦੀ ਆ। ਜੇ ਕਿਸਾਨ ਹੈ ਤੇ ਦੇਸ਼ ਹੈ, ਜੇ ਕਿਸਾਨ ਹੈ ਤੇ ਜਵਾਨ ਹੈ, ਜੈ ਜਵਾਨ ਤੇ ਜੈ ਕਿਸਾਨ। ਤੇ ਜੇ ਕਿਸਾਨ ਦੀ ਇਹ ਹਾਲਤ ਹੈ ਉਹ ਸੜਕਾਂ ਤੇ ਬੈਠਾ ਹੈ ਤੇ ਠੰਡ ਵਰਦੀਆਂ ਬਾਰਿਸ਼ਾਂ ਦੇ ਵਿੱਚ ਇਸ ਤਰ੍ਹਾਂ ਇੱਥੇ ਬੈਠਾ ਹੈ, ਤੇ ਇਹ ਤੁਹਾਡੀਆਂ ਪਰੇਡਾਂ ਕੁਛ ਨਹੀਂ ਕਰਦੀਆਂ। ਆ ਪਰੇਡ ਆ ਇਹ ਅਸੀਂ ਦੱਸਣਾ। ਝੰਡੇ ਕਿੱਦਾਂ ਦੇ ਲਾਏ ਜਾਣਗੇ? ਕੋਈ ਰੱਖਿਆ ਗਿਆ, ਮਤਾ ਪਾਸ ਕੀਤਾ ਗਿਆ? ਨਹੀਂ, ਦੇਖੋ ਇਹ ਜਿਹੜੇ ਝੰਡੇ ਨੇ ਉਹ ਕਿਸਾਨਾਂ ਦੇ ਜਿਹੜੇ ਨੇ ਹੋਣਗੇ। ਜੇ ਕੋਈ ਦੂਸਰਾ ਵੀ ਲਾਉਣਾ ਚਾਹੁੰਦਾ ਹੈ ਤੇ ਉਹ ਵੀ ਲੱਗੇਗਾ, ਪਰ ਸਾਡਾ ਜਿਹੜਾ ਝੰਡਾ ਕਿਸ ਤਰ੍ਹਾਂ ਦਾ, ਤਿਰੰਗਾ ਜਾਂ ਹੋਰ ਕੋਈ? ਦੇਖੋ ਇਹ ਕੋਈ ਲਾਉਂਦਾ ਤਿਰੰਗਾ ਕੋਈ ਲਾਉਂਦਾ ਹੈ ਤੇ ਅਸੀਂ ਉਹਨੂੰ ਰੋਕਾਂਗੇ ਥੋੜਾ ਕੋਈ। ਠੀਕ ਹੈ ਜੀ, ਤਿਰੰਗੇ ਜਿਹੜਾ ਮਤਾ ਪਾਸ ਕੀਤਾ ਕਿ ਉਹਦੇ ਵਿੱਚ ਕਿਸਾਨੀ ਝੰਡੇ ਦਾ ਐਲਾਨ ਹੀ ਹੋਵੇਗਾ, ਜੇ ਕਿਸਾਨੀ ਝੰਡਾ ਲੈ ਕੇ ਜਾਇਆ ਜਾਊਗਾ। ਦੇਖੋ ਮੈਂ ਤਾਂ ਜਿਹੜਾ ਤੁਹਾਨੂੰ ਵੀ ਪਤਾ ਹੈ ਕਿ ਸਾਡਾ ਤਾਂ ਕਿਸਾਨੀ ਝੰਡਾ ਹੈ ਤੇ ਉਹੀ ਕਿਸਾਨੀ ਝੰਡਾ ਜਿਹੜਾ ਉਹ ਮੀਟਿੰਗ 'ਚ ਕੀ ਪਾਸ ਹੋਇਆ? ਅਕਸਰ ਤਾਂ ਸਾਰਿਆਂ ਦੀ ਰਾਏ ਨਾਲ ਵੀ ਪਾਸ ਹੋਇਆ ਹੋਊਗਾ ਕਿਹੜਾ ਝੰਡਾ ਵਰਤਿਆ ਜਾਊਗਾ। ਅੱਜ ਜਿਹੜੀ ਝੰਡਿਆਂ ਬਾਰੇ ਤੋਂ ਪਹਿਲਾਂ ਗੱਲ ਹੋ ਚੁੱਕੀ ਆ, ਝੰਡਿਆਂ ਦੀ ਜਿਹੜੀ ਗੱਲ ਹੈ ਉਹ ਕੋਈ ਕਹਿੰਦੇ ਨੇ ਕਿ ਤਿਰੰਗਾ ਝੰਡਾ ਵਰਤਿਆ ਜਾਊਗਾ। ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਸਵਾਲ ਵੀ ਸੀ ਵੀ ਕਿਸਾਨੀ ਦਾ ਝੰਡਾ ਹੋਣਾ ਚਾਹੀਦਾ, ਤਿਰੰਗਾ ਝੰਡੇ ਜੇ ਉੱਥੇ ਤਾਂ ਯਾਦ ਝੰਡੇ ਕਿਸਾਨੀ ਦੇ ਹੋਣਗੇ। ਕੋਈ ਤਿਰੰਗਾ ਨਾਲ ਲਾਉਣਾ ਚਾਹਦਾ, ਕੋਈ ਤਰਾਜ ਤੁਹਾਡਾ, ਕੋਈ ਭਾਵੇਂ ਕੋਈ ਜਿਹੜਾ ਮਰਜ਼ੀ ਕਿਸਾਨੀ ਦਾ ਹੋਵੇਗਾ ਹੀ ਹੋਵੇਗਾ। ਬਿਲਕੁਲ ਕਿਸਾਨੀ ਦਾ ਅਸਲ ਜਿਹੜਾ ਉਹ ਕਿਸਾਨੀ ਦਾ ਝੰਡਾ। ਤੇ 9 ਤਰੀਕ ਨੂੰ ਜਿਹੜਾ ਸਰ ਛੋਟੂ ਰਾਮ ਦਾ ਜਿਹੜਾ ਦਿਹਾੜਾ ਮਨਾਇਆ ਜਾਣਾ ਉਹ ਕਿਹੜੇ ਤਰੀਕੇ ਹੋਊਗਾ ਤੇ ਕਿੱਥੇ ਕਿੱਥੇ ਮਨਾਇਆ ਜਾਊਗਾ? ਉਹ ਜਿਹੜੀਆਂ ਸਾਡੀਆਂ ਸਟੇਜਾਂ ਚੱਲ ਰਹੀਆਂ ਨੇ ਉਹਨਾਂ ਸਟੇਜਾਂ ਦੇ ਉੱਤੇ 2 ਮਿੰਟ ਦਾ ਮੌਨ ਰੱਖ ਕੇ ਜਿਹੜਾ ਉਹ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਉਹ ਦਿੱਤੀ ਜਾਊਗੀ। ਇਸ ਹਿਸਾਬ ਨਾਲ 13 ਤਰੀਕ ਨੂੰ ਜਿਹੜੀ ਲੋਹੜੀ ਆ ਰਹੀ ਆ, ਉਸ ਲੋਹੜੀ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਉਸ ਦਿਨ ਰਾਤ ਨੂੰ ਲੋਹੜੀ ਦੇ ਵਿੱਚ ਜਿਹੜੀ ਉਹ ਆਮ ਤੌਰ ਤੇ ਜਿਹੜਾ ਉਹ ਭੁੱਬਾ ਕਹਿੰਦੇ ਨੇ ਵੀ ਜਿਹੜੀ ਅੱਗ ਬਾਲਦੇ ਨੇ, ਉਹ ਭੁੱਬੇ ਦੇ ਵਿੱਚ ਜਿਹੜਾ ਹੈ ਉੱਥੇ 3 ਕਾਨੂੰਨ ਸਾੜੇ ਜਾਣਗੇ। ਅਤੇ ਅਗਲੇ ਦਿਨ ਜਿਹੜੀ ਮਾਘੀ ਹੈ, ਮਾਘੀ ਤੇ ਜਿਨ੍ਹਾਂ ਨੂੰ ਹੁਣ ਨਹੀਂ ਪਤਾ ਉਹ ਵੱਖਰੀ ਗੱਲ ਹੈ, ਲੇਕਿਨ ਜਿਨ੍ਹਾਂ ਲੋਕਾਂ ਨੂੰ ਸਾਨੂੰ ਪਤਾ ਅਸੀਂ ਉੱਥੇ 14 ਜਿਹੜੇ ਸਾਡੇ 40 ਮੁਕਤੇ ਨੇ ਉਹਨਾਂ 40 ਸ਼ਹੀਦਾਂ ਨੂੰ ਵੀ ਸਰਦਾ ਦੇ ਪੁਰ ਜਿਹੜੇ ਉਹ ਭੇਟ ਕਰਾਂਗੇ। 4 ਤਰੀਕ ਦੀ ਮੀਟਿੰਗ ਦੇ ਵਿੱਚ ਕੁਝ ਨਿਕਲਿਆ ਨਹੀਂ ਗਾ, ਹੁਣ 6 ਤਰੀਕ ਦੀ ਮੀਟਿੰਗ ਨੂੰ ਕਿਵੇਂ ਦੇਖਦੇ ਹੋ? 8 ਤਰੀਕ ਦੀ ਮੀਟਿੰਗ ਜਿਹੜੀ ਦੇਖੋ 8 ਤਰੀਕ ਦੀ ਮੀਟਿੰਗ ਹੈ, ਮੈਂ ਤੁਹਾਨੂੰ ਬੇਨਤੀ ਕਰਾਂ ਕਿ ਇਹ ਜਿਹੜੇ ਲੋਕ ਨੇ ਅਜੇ ਛੇਤੀ ਇਹ ਸਿੱਧੇ ਹੋਣ ਵਾਲੇ ਨਹੀਂ ਹੈਗੇ। ਮੈਨੂੰ ਨਹੀਂ ਲੱਗਦਾ ਕਿ 8 ਤਰੀਕ ਨੂੰ ਇਹ ਕੁਝ ਕਰਨ ਮੁਸ਼ਕਲ।
ਨਹੀਂ ਹੱਲ ਹੋਵੇਗਾ। ਇਹ ਅਜੇ ਪਤਾ ਨਹੀਂ ਉਹਨਾਂ ਨੇ ਤਾਂ ਦੋ ਟੁਕ ਜਵਾਬ ਜਿਹੜੀਆਂ ਹੋਰ ਇਹ ਪਤਾ ਨਹੀਂ ਕਿੰਨੀਆਂ ਕਿ ਬਲੀਆਂ ਜਿਹੜੀਆਂ ਨੇ ਸਾਡੇ ਕਿਸਾਨਾਂ ਦੀਆਂ ਅਜੇ ਲੈਣੀਆਂ ਚਾਹੁੰਦੇ ਨੇ। ਮੀਟਿੰਗ 'ਚ ਹਾਜ਼ਰ ਸੀ ਉਸ ਟਾਈਮ? ਹਾਂ ਬਿਲਕੁਲ ਜੀ ਹਾਜ਼ਰ ਸੀ। ਉੱਥੇ ਕੋਈ ਹੋਈ ਹੈ ਗਰਮ ਗਰਮੀ ਹੋਈ ਹੈ? ਉਹ ਮਾੜੀ ਮੋਟੀ ਤਾਂ ਚਲੋ ਹੁੰਦੀ ਰਹਿੰਦੀ ਆ ਨਾ। ਅਸੀਂ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਸੀ, ਉਹ ਵਾਰੀ-ਵਾਰੀ ਇਸ ਗੱਲ ਤੇ ਹੀ ਆਉਂਦੇ ਸੀ ਤੇ ਉਹਨਾਂ ਨੂੰ ਕਿਹਾ ਸੀ ਵੀ ਇਹ ਗੱਲ ਨਹੀਂ ਹੈਗੀ, ਸੰਸ਼ੋਧਨ ਦੀ ਕੋਈ ਗੱਲ ਨਹੀਂ ਹੋਣੀ, ਸਿਰਫ ਗੱਲ ਹੈਗੀ ਆ ਤੇ ਉਹ ਕੇਵਲ ਤੇ ਕੇਵਲ ਹੈਗੀ ਆ ਇਹਦੀ ਰੱਦ ਕਰਨ ਦੀ ਤੇ MSP ਹੋਰ ਕੀ ਆ ਨਵਾਂ ਕੀ ਦੇਖਿਆ ਜਾ ਰਿਹਾ? ਠੰਡ ਬਹੁਤ ਪੈ ਰਹੀ ਹੈ, ਬਾਰਿਸ਼ਾਂ ਹੋ ਰਹੀਆਂ, ਉਹਨਾਂ ਦੇ ਕਿੱਦਾਂ ਦੇ ਪ੍ਰਬੰਧ ਕੀਤੇ ਜਾ ਰਹੇ? ਪ੍ਰਬੰਧ ਦੇਖੋ ਇੱਕ ਤਾਂ ਸਟੇਜ ਦਾ ਵੀ ਆ, ਅਸੀਂ ਹੁਣ ਇਸ ਚੀਜ਼ ਦੇ ਵੀ ਪ੍ਰਬੰਧ ਜਿਹੜੇ ਆ ਉਹ ਜਿਵੇਂ ਹੁਣ ਵੇਖੋ ਜੇ ਕਾਰਸੇ ਵਾਲੇ ਬਾਬੇ ਜਿਹੜੇ ਨੇ ਉਹਨਾਂ ਨੇ ਵੇਖੋ ਕਿੱਡਾ ਵਧੀਆ ਲੰਗਰਾਂ ਦੇ ਪ੍ਰਬੰਧ ਆਨੰਦਪੁਰ ਵਾਲਿਆਂ ਨੇ ਜਿਹੜੇ ਸੀ ਉਹ ਟੀਨਾਂ ਲਾ ਦਿੱਤੀਆਂ ਨੇ। ਇਸੇ ਤਰ੍ਹਾਂ ਬਾਬਾ ਅਮਰੀਕ ਸਿੰਘ ਜਿਹੜੇ ਪਟਿਆਲੇ ਵਾਲੇ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਵਾਟਰਪ੍ਰੂਫ ਲਾ ਲਿਆ। ਹੋਰ ਵੀ ਇਸੇ ਤਰ੍ਹਾਂ ਜਿਹੜੇ ਸੰਤ ਨੇ ਜਿਹੜੇ ਜਿਨ੍ਹਾਂ ਕਾਰਸੇ ਵਾਲੇ ਮਹਾਂਪੁਰਸ਼ਾਂ ਨੇ ਇੱਥੇ ਲੰਗਰ ਲਾਏ ਹੋਏ ਨੇ ਵੱਖਰੇ ਵੱਖਰੇ ਦੇ, ਭਾਵੇਂ ਉਹ ਹਜੂਰ ਸਾਹਿਬ ਵਾਲਿਆਂ ਦਾ ਤੇ ਚਾਹੇ ਕਿਸੇ ਹੋਰ ਦਾ ਹੈ, ਚਾਹੇ ਉਹ ਟਿੱਬੀ ਸਾਹਿਬ ਵਾਲਿਆਂ ਦਾ, ਜਿੰਨੇ ਵੀ ਇਸ ਤਰ੍ਹਾਂ ਲੰਗਰ ਲੱਗੇ ਨੇ ਉਹ ਸਾਰੇ ਇਹ ਲੰਗਰਾਂ ਦੇ ਉੱਤੇ ਇਹਨਾਂ ਨੂੰ ਵਾਟਰਪ੍ਰੂਫ ਕਰ ਰਹੇ ਨੇ। ਤੇ ਇਸੇ ਤਰ੍ਹਾਂ ਜਿਹੜਾ ਸਾਡਾ ਪੰਡਾਲ ਹੈ ਜਿਹੜਾ ਉਹ ਵੀ ਵਾਟਰਪ੍ਰੂਫ ਜਿਹੜਾ ਉਹ ਲੱਗ ਰਿਹਾ ਤੇ ਇਹ ਤੇਜ਼ੀ ਲਿਆਂਦੀ ਜਾ ਰਹੀ ਹੈ। ਇਹਨੂੰ ਜਿਹੜਾ ਰੂਪ ਦਿੱਤਾ ਜਾਊਗਾ ਵੀ ਜੇ ਜਿੰਨਾ ਚਿਰ ਵੀ ਇੱਥੇ ਬੈਠਦੇ ਆ ਤੇ ਉਹ ਸਾਰਾ ਬਾਕੀ ਅੱਗੇ ਹੁਣ ਨਵੀਆਂ ਜਿਸ ਤਰ੍ਹਾਂ ਕਿ 26 ਤਰੀਕ ਦਾ ਪ੍ਰੋਗਰਾਮ ਹੈ, ਉਦੋਂ ਪਹਿਲਾਂ ਜਿਹੜੀਆਂ ਨੇ ਅਜੇ ਬਹੁਤ ਸਾਰੇ ਦਿਨ ਨੇ ਤੇ ਇਹ ਤੁਸੀਂ ਵੇਖੋ ਵੀ ਆ ਜਿਹੜਾ ਅੱਗੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਜਾਂਦਾ, ਵਧੀਆ ਲਿਖਿਆ ਜਾਣਗਾ। ਜੀ ਬਿਲਕੁਲ ਸੰਤ ਸਾਹਿਬ, ਅਸੀਂ ਹੋਰ ਨਾਲ ਵੀ ਅਗਵਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਉਹਨਾਂ ਦਾ ਕਹਿਣਾ ਹੈ ਤੇ ਕੀ ਅੱਜ ਵਿਚਾਰ ਚਰਚਾ ਹੋਈ ਹੈ। ਹੁਣੇ ਇੱਕ ਵੱਡੀ ਜਾਣਕਾਰੀ ਆਈ ਹੈ, ਪ੍ਰੈਸ ਕਾਨਫਰੰਸ ਹੋਈ ਸੀ ਉਸ ਤੋਂ ਬਾਅਦ ਇੱਕ ਵੱਡੀ ਜਾਣਕਾਰੀ ਆਈ ਹੈ ਕਿ ਜਿਹੜੇ ਬ੍ਰਿਟਿਸ਼ ਦੇ ਆ ਰਹੇ ਸੀ ਪ੍ਰਧਾਨ ਮੰਤਰੀ ਉਹਨਾਂ ਵੱਲੋਂ ਕੈਂਸਲ ਕੀਤਾ ਗਿਆ। ਇੱਕ ਵੱਡੀ ਨਿਊਜ਼ ਏਜੰਸੀ ਵੱਲੋਂ ਇੱਕ ਜਿਹੜੀ ਉਹ ਖਬਰ ਦਿੱਤੀ ਜਾ ਰਹੀ ਹੈ। ਸਾਡੇ ਨਾਲ ਬਲਜੀਤ ਸਿੰਘ ਮੌਜੂਦ ਨੇ, ਗੱਲਬਾਤ ਕਰਾਂਗੇ। ਬਲਜੀਤ ਸਿੰਘ, ਜਿਹੜੀ ਵੱਡੀ ਖਬਰ ਆ ਰਹੀ ਹੈ, ਇੱਕ ਨਿਊਜ਼ ਏਜੰਸੀ ਵੱਲੋਂ ਖਬਰ ਪਾਈ ਜਾ ਰਹੀ ਹੈ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਨਹੀਂ ਆਉਣਗੇ UK ਦੇ, ਉਹਦੇ ਬਾਰੇ ਕੀ ਵਿਚਾਰ ਚੱਲ? ਐਕਚੁਅਲੀ ਇਹ ਨਾ ਨਿਊਜ਼ ਏਜੰਸੀ ਬਹੁਤ ਵੱਡੀ ਨਿਊਜ਼ ਏਜੰਸੀ ਹੈ, ਰॉयटर्स REUT ਆ। ਰॉयटर्स ਬਹੁਤ ਵੱਡੀ ਨਿਊਜ਼ ਵਰਲਡ ਦੀ ਏਜੰਸੀ ਹੈ। ਲੇਟੈਸਟ ਹੁਣੇ ਉਹਨਾਂ ਨੇ ਅਪਡੇਟ ਦਿੱਤਾ ਕਿ ਜਿਹੜਾ 26 ਜਨਵਰੀ ਨੂੰ ਭਾਰਤ ਸਰਕਾਰ ਨੇ ਇਨਵਾਈਟ ਕੀਤਾ ਸੀਗਾ UK ਦੇ ਪ੍ਰਾਈਮ ਮਿਨਿਸਟਰ ਨੂੰ, ਬੋਰਿਸ ਜੌਨਸਨ ਨੂੰ, ਠੀਕ ਹੈ ਜੀ, ਉਹਨਾਂ ਨੇ ਹੁਣੇ ਅਪਡੇਟ ਦਿੱਤਾ ਹੈ ਕਿ 26 ਜਨਵਰੀ ਨੂੰ ਉਹਨਾਂ ਨੇ ਆਪਣੀ ਇੰਡੀਆ ਦੀ ਵਿਜ਼ਿਟ ਕੈਂਸਲ ਕਰਤੀ ਹੈ ਫਾਰਮਰ ਪ੍ਰੋਟੈਸਟ ਨੂੰ ਦੇਖਦੇ ਹੋਏ। ਕਿਉਂਕਿ ਜਿਹੜੇ ਉੱਥੇ ਸਾਡੇ ਪੰਜਾਬੀ ਭਾਈਚਾਰੇ ਦੇ ਭਾਰਤ ਤੋਂ ਜਿਹੜੇ ਉੱਥੇ MPs ਨੇ ਜਾਂ ਜਿਹੜੇ ਲੋਕ ਉੱਥੇ ਵਸੇ ਹੋਏ ਨੇ, ਉਹਨਾਂ ਨੇ ਉੱਥੇ ਉਹਨਾਂ ਦੇ ਉੱਪਰ ਕੁੱਲ ਮਿਲਾ ਕੇ ਕਹਿ ਸਕਦੇ ਜਿਹੜੇ ਆਪਣੇ ਇੱਥੋਂ ਦੇ ਵਸੇ ਉਹ ਵੋਟਰ ਨੇ ਉੱਥੋਂ ਦੇ, ਉਹਨਾਂ ਦਾ ਪ੍ਰੈਸ਼ਰ ਦੇ ਨਾਲ ਹੱਲ ਹੋਇਆ। ਬਿਲਕੁਲ ਜੀ, ਉਹਨਾਂ ਨੇ ਉੱਥੇ ਪ੍ਰੋਟੈਸਟ ਵੀ ਕੀਤੇ ਆ ਫਾਰਮਰਸ ਦੀ ਸਪੋਰਟ ਦੇ ਵਿੱਚ, ਐਂਡ ਉੱਥੇ ਉਹ ਲਗਾਤਾਰ ਐਮਬੈਸੀਆਂ ਦੇ ਬਾਹਰ ਵੀ ਕਰ ਰਹੇ ਨੇ। ਜਿਵੇਂ ਇੱਥੋਂ ਕਿਸਾਨ ਆਗੂ ਜਥੇਬੰਦੀਆਂ ਉਹਨਾਂ ਨੂੰ ਜਿਵੇਂ ਪ੍ਰੋਗਰਾਮ ਦਿੰਦੇ ਨੇ ਉਹ ਬਹੁਤ ਸਾਥ ਦੇ ਰਹੇ ਨੇ। ਇਸ ਨੂੰ ਦੇਖਦੇ ਹੋਏ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ, ਜਿਹੜੇ ਕੰਜ਼ਰਵੇਟਿਵ ਦੇ ਪ੍ਰਾਈਮ ਮਿਨਿਸਟਰ ਨੇ UK ਦੇ, ਉਹਨਾਂ ਨੇ ਆਪਣੀ ਵਿਜ਼ਿਟ ਕੈਂਸਲ ਕਰ ਦਿੱਤੀ ਹੈ। ਮਤਲਬ ਪ੍ਰਭਾਵ ਪਊਗਾ ਕਿਤੇ ਨਾ ਕਿਤੇ। 26 ਜਨਵਰੀ ਦਾ ਉਹ ਚੀਫ ਗੈਸਟ ਸੀਗਾ ਇਹਨਾਂ ਦਾ, ਆਪਣੇ ਭਾਰਤ ਵਾਲਿਆਂ ਦਾ, ਤੇ ਜੇ ਉਹ ਕੈਂਸਲ ਕਰ ਰਿਹਾ ਤੇ ਇਹਦਾ ਚੀਜ਼ ਦਾ ਜਿਹੜਾ ਪ੍ਰਭਾਵ ਜਾਂ ਅਸਰ ਤਾਂ ਪੂਰੇ ਆਲ ਵਰਲਡ 'ਚ ਦੇਖਣ ਨੂੰ ਮਿਲੂਗਾ। ਕਿਸਾਨਾਂ ਦਾ ਜਿਹੜੇ ਹੌਸਲੇ ਬੁਲੰਦ ਹੋਣਗੇ। ਦੇਖੋ, ਕਿਸਾਨਾਂ ਨੂੰ ਤਾਂ ਹਰ ਪੱਖੋਂ ਸਪੋਰਟ ਮਿਲ ਰਹੀ ਹੈ, ਸਿਰਫ ਇੱਕ ਮੋਦੀ ਸਰਕਾਰ ਨੂੰ ਛੱਡ ਕੇ। ਮੋਦੀ ਸਰਕਾਰ ਨੂੰ ਇਹ ਚੀਜ਼ ਚਾਹੀਦੀ ਹੈ, ਇਸ ਚੀਜ਼ ਨੂੰ ਵੇਖਦੇ ਹੋਏ ਵੀ ਇਹ ਕਿਸਾਨ ਵੀ ਤੁਹਾਡੇ ਨੇ, ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ। ਆ ਜਿੰਨਾ ਆਵਾਮ ਰੋਡ ਸੜਕਾਂ ਦੇ ਉੱਪਰ ਬੈਠਾ ਲੱਖਾਂ ਦੀ ਤਾਦਾਦ ਦੇ ਵਿੱਚ, ਇਹ ਕੋਈ ਪਾਰਟੀਬਾਜ਼ੀ ਕਰਕੇ ਥੋੜਾ ਬੈਠਾ BJP ਅਕਾਲੀ ਕਾਂਗਰਸੀ, ਨਹੀਂ। ਇਹਨਾਂ ਵਿੱਚੋਂ ਹੀ ਜਿੰਨਾ BJP ਨੂੰ ਵੋਟਾਂ ਪਾਈਆਂ ਨੇ, ਇਹ ਤਾਂ ਜਾਣਬੁੱਝ ਕੇ ਇੱਕ ਮੁੱਦਾ ਬਣਾ ਰਹੇ ਇਹਨਾਂ ਨੂੰ। ਇਹ ਰਾਜਾ ਆ ਪ੍ਰਜਾ ਦਾ, ਤੇ ਪ੍ਰਜਾ ਨੂੰ ਖੁਸ਼ ਕਰਨ ਵਾਸਤੇ ਰਾਜਾ ਆਪਣੇ ਜਿਹੜੇ ਡਿਸੀਜਨ ਨੇ ਉਹ ਬਦਲ ਲੈਂਦਾ, ਤੇ ਇਹਨੂੰ ਆਪਣੇ ਜਿਹੜੇ ਡਿਸੀਜਨ ਨੇ ਬਦਲ ਲੈਣੇ ਚਾਹੀਦੇ। ਇੰਨਾ ਸਖਤ ਰੁਖ ਨਹੀਂ ਇਖਤਿਆਰ ਕਰਨਾ ਚਾਹੀਦਾ ਜਿਹਦਾ ਅੱਗੇ ਜਾ ਕੇ ਭਾਰੀ ਨੁਕਸਾਨ ਹੋਵੇ। ਅੱਜ ਗੱਲ ਕਰੀਏ ਤੇ ਇਹਦੇ ਵਿੱਚ ਇੰਡੀਆ ਦੀ ਬੇਇੱਜ਼ਤੀ ਹੈ। ਅਸੀਂ ਇੰਡੀਆ ਦੀ ਬੇਇੱਜ਼ਤੀ ਨਹੀਂ ਚਾਹੁੰਦੇ। ਇੰਡੀਆ ਸਾਡਾ ਦੇਸ਼ ਹੈ, ਭਾਰਤ ਸਾਡਾ ਦੇਸ਼ ਹੈ ਨਾ, ਅਸੀਂ ਇਹਦੀ ਇਨਸਲਟ ਨਹੀਂ ਚਾਹੁੰਦੇ। ਬਟ ਉਹਨੇ ਰੋਸ ਨੂੰ ਵੇਖਦੇ ਹੋਏ ਵੀ ਇਹ ਕੰਟਰੀ ਜਿਹੜੀ ਕਿਸਾਨਾਂ ਨੂੰ ਅੰਨਦਾਤਾ ਕਹਿੰਦੇ ਨੇ, ਤੇ ਜੇ ਉਹਨਾਂ ਦਾ ਨਹੀਂ ਸੋਚਦੀ ਤੇ ਫਿਰ ਇਹ ਕੋਈ ਕਿਸਾਨਾਂ ਪੱਖੀ ਨਹੀਂ ਹੈਗੀ, ਇਹ ਹਮਾਇਤ ਨਹੀਂ ਕਿਸਾਨਾਂ ਦੀ ਕਰਦੀ, ਇਹ ਸਾਡੇ ਖਿਲਾਫ ਜਾ ਰਹੇ ਨੇ। ਉਸੇ ਚੀਜ਼ ਨੂੰ ਵੇਖਦੇ ਹੋਏ ਬੋਰਿਸ ਜੌਨਸਨ ਨੇ ਜਿਹੜੀ ਆਪਣੀ ਵਿਜ਼ਿਟ ਆ ਉਹ ਕੈਂਸਲ ਕੀਤੀ ਹੈ। ਤੇ ਜਿਹੜਾ ਮਾਰਚ ਕੱਢਿਆ ਜਾਊਗਾ ਉਹਦਾ ਅਸਰ ਕੀ ਹੋਊਗਾ ਜਾਂ ਉਹਦਾ ਪ੍ਰਭਾਵ ਕੀ ਬਣੇਗਾ? ਦੇਖੋ, ਜ਼ਿਆਦਾਤਰ ਤੇ ਮੈਂ ਜਿਹੜੀ ਗੱਲ ਇਹ ਹੈ ਕਿ ਜਿਹੜਾ ਅਸੀਂ ਪਹਿਲਾਂ 6 ਨੂੰ ਮਾਰਚ ਕਰਨਾ ਸੀ, ਉਹ ਹੁਣ 7 ਤਰੀਕ ਨੂੰ ਮਾਰਚ ਕਰ ਰਹੇ ਹਾਂ। 7 ਤਰੀਕ ਨੂੰ ਜਿਹੜੇ ਅਸੀਂ ਕੁੰਡਲੀ ਕਰਨ ਦਾ ਕਾਰਨ ਵੀ ਦੱਸ ਦਿੰਦਾ ਵੀ 7 ਤਰੀਕ ਨੂੰ ਕੁੰਡਲੀ ਬਾਰਡਰ ਤੋਂ ਅਸੀਂ ਟਿਕਰੀ ਬਾਰਡਰ ਨੂੰ ਜਾਵਾਂਗੇ, ਟਿਕਰੀ ਬਾਰਡਰ ਵਾਲੇ ਕੁੰਡਲੀ ਬਾਰਡਰ ਨੂੰ ਆਉਣਗੇ KMP ਤੋਂ। ਉਸ ਤੋਂ ਇਲਾਵਾ ਜਿਹੜਾ ਹੈਗਾ ਆਪਣਾ ਗਾਜੀਪੁਰ ਬਾਰਡਰ ਪਲਵਲ ਬਾਰਡਰ ਨੂੰ ਜਾਏਗਾ, ਪਲਵਲ ਗਾਜੀਪੁਰ ਨੂੰ ਜਾਏਗਾ। ਇਹਦਾ ਮੇਨ ਕਾਰਨ ਇਹ ਆ, ਇੱਕ ਤਾਂ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ, ਜਿਹੜੀ ਸਰਕਾਰ ਕਹਿੰਦੀ ਹੈ ਨਾ ਵੀ ਇਹ ਤਾਂ ਇਹਨਾਂ ਦੀ ਗਿਣਤੀ ਕੋਈ ਨਹੀਂ ਜਿਹੜੇ ਇੱਥੇ ਬੈਠੇ ਨੇ,
ਵੀ ਅਸੀਂ ਗਿਣਤੀ ਦਿਖਾਵਾਂਗੇ, ਇਹ ਅਸੀਂ ਇੱਕ ਰਿਹਾਸਲ ਕਰਨ ਲੱਗੇ ਹਾਂ। ਇੱਕ ਬਾਰਡਰ ਤੋਂ ਕਿੰਨਾ ਟਰੈਕਟਰ ਨਿਕਲਣ ਦੀ ਉਮੀਦ ਹੈਗੀ ਹੈ? ਭਾਜੀ ਟਰੈਕਟਰ ਤਾਂ ਬੇਸਿਕਲੀ ਜੇ ਮੈਂ ਗੱਲ ਕਰਾਂ ਤੇ ਉਹਦੀ ਕੋਈ ਕਾਊਂਟ ਹੀ ਨਹੀਂ ਵੀ ਕਿੰਨੀ ਮਿਕਦਾਰ ਦੇ ਵਿੱਚ। ਕਿੰਨਾ ਕੁ ਕਿਸਾਨ ਜਿਹੜੇ ਟਰੈਕਟਰ ਕੱਢਣਗੇ ਇੱਕ ਬਾਰਡਰ ਤੋਂ ਬਾਹਰ ਕੱਢਣਗੇ ਜਿਹੜੇ ਦੂਜੇ ਬਾਰਡਰ ਤੇ ਜਾਣ ਲਈ? ਘੱਟੋ ਘੱਟ 40 50 ਹਜ਼ਾਰ ਟਰੈਕਟਰ ਨਿਕਲਣਗੇ। 40 50 ਹਜ਼ਾਰ ਟਰੈਕਟਰ ਨਿਕਲਣਗੇ। ਹੋਰ ਵੀ ਟਰੈਕਟਰ ਟਰਾਲੀਆਂ ਪੰਜਾਬ ਤੋਂ, ਹਰਿਆਣੇ ਤੋਂ, ਨੇੜਲੀਆਂ ਸਟੇਟਾਂ ਤੋਂ ਆ ਰਹੀਆਂ ਨੇ। ਐਂਡ ਇਹ ਸਾਡੀ ਇੱਕ ਰਿਹਾਸਲ ਆ 26 ਜਨਵਰੀ ਦੀ, ਕਿ 26 ਜਨਵਰੀ ਨੂੰ ਅਸੀਂ ਫਲੈਗ ਮਾਰਚ ਟਰੈਕਟਰਾਂ ਦੇ ਕਰਾਂਗੇ ਦਿੱਲੀ ਦੇ ਵਿੱਚ। ਤੇ ਇਹ ਕੱਲ ਵਾਲੀ, ਪਰਸੋਂ ਵਾਲੀ ਜਿਹੜੀ 7 ਤਰੀਕ ਵਾਲੀ, ਇਹ ਸਾਡੀ ਰਿਹਾਸਲ ਹੈ। 7 ਤਰੀਕ ਨੂੰ ਮਤਲਬ ਜਿਹੜੇ ਉਹ ਟਰੈਕਟਰਾਂ ਦੇ ਹੋਣਗੇ ਉਹਨਾਂ ਨੂੰ ਦੱਸਿਆ ਜਾਊਗਾ ਵੀ ਕਿਵੇਂ ਲਾਈਨ 'ਚ ਤੋਰਨਾ, ਜਾਂ ਮਤਲਬ ਕਿਹੜੀ ਆ ਸ਼ਾਸਨ ਦੇ ਵਿੱਚ ਚੱਲਣਾ ਹੈ। ਇਹ ਸਾਡੀ ਰਿਹਾਸਲ ਹੈ। ਅਸੀਂ ਰਿਹਾਸਲ ਕਰਕੇ ਆਪਣਾ ਰੋਸ਼ ਤੇ ਆਪਣਾ ਪ੍ਰਦਰਸ਼ਨ ਸਰਕਾਰ ਨੂੰ 6 ਦਿਖਾਵਾਂਗੇ। ਤੋਂ 7 ਤੇ ਜਾਣ ਦਾ ਕਾਰਨ ਥੋੜਾ ਜਿਹਾ 6 ਤੋਂ 7 ਦੇ ਜਾਣ ਦਾ ਕਾਰਨ ਇਹ ਹੈ ਕਿ ਜਿਵੇਂ ਹਰ ਕੋਈ ਚੀਜ਼ ਇਹ ਵੇਖਦੇ ਆ ਵੀ ਕਿਸੇ ਵੀ ਤਰ੍ਹਾਂ ਨਾਲ, ਇੱਕ ਤਾਂ ਸਭ ਤੋਂ ਵੱਡਾ ਕਾਰਨ ਆ ਵੀ ਜਿਹੜਾ ਵੈਦਰ ਫੋਰਕਾਸਟ ਆ ਉਹਦੇ ਵਿੱਚ 6 ਤਰੀਕ ਨੂੰ ਵੀ ਭਾਰੀ ਇਹਨਾਂ ਨੇ ਬਾਰਿਸ਼ ਦੱਸੀ ਹੋਈ ਹੈ। ਤੇ ਹਰ ਚੀਜ਼ ਨੂੰ ਵੇਖਦੇ ਹੋਏ, ਮੱਦੇਨਜ਼ਰ ਰੱਖਦੇ ਹੋਏ, ਮੇਨ ਬਾਰਿਸ਼ ਦੇ ਕਾਰਨ ਆਪਾਂ 6 ਤੋਂ 7 ਤਰੀਕ ਤੇ ਨੂੰ ਕੈਨਸਲ ਤਾਂ ਨਹੀਂ ਹੋਊਗਾ? ਚਾਹੇ 7 ਨੂੰ ਬਿਲਕੁਲ ਨਹੀਂ ਕੈਨਸਲ ਹੋਏਗਾ ਜੀ। 7 ਨੂੰ ਇਹ ਤਾਂ ਫਿਰ ਆਪਾਂ ਪ੍ਰੋਟੈਸਟ ਤਾਂ ਕੈਨਸਲ ਨਹੀਂ ਕਰਤਾ ਨਾ। ਇੰਨੀ ਬਾਰਿਸ਼ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਸਵੇਰੇ ਕੱਪੜੇ ਪ੍ਰੋਗਰਾਮ ਲਿਖ ਕੇ ਅੱਗੇ ਗਿਆ, ਜੇ ਬਾਰਿਸ਼ ਹੋਊਗੀ 7 ਨੂੰ ਫਿਰ ਕੋਈ ਗੱਲ ਨਹੀਂ, ਉਵੇਂ ਚੱਲੇਗਾ। ਚੱਲੇਗਾ, ਉਦਾਂ ਹੀ ਚੱਲੇਗਾ, ਉਦਾਂ ਹੀ ਬਿਲਕੁਲ। ਸਭ ਤੋਂ ਵੱਡੀ ਖਬਰ ਤਾਂ ਇਹ ਸੀ ਕਿ ਜਿਹੜਾ ਯੂਕੇ ਦੇ ਪ੍ਰਧਾਨ ਮੰਤਰੀ ਆ ਰਹੇ ਸੀ ਉਹਨਾਂ ਵੱਲੋਂ ਕੈਨਸਲ ਕਰ ਦਿੱਤਾ ਗਿਆ, ਕਿ ਸਭ ਵੱਡੀ ਨਿਊਜ਼ ਏਜੰਸੀ ਨੇ ਖਬਰ ਦਿੱਤੀ ਆ। ਤੇ 6 ਨੂੰ 7 ਤੋਂ ਜਾਣ ਦਾ ਜਿਹੜਾ ਪ੍ਰੋਗਰਾਮ ਸੀ ਕੈਨਸਲ ਇਸ ਕਰਕੇ ਕੀਤਾ, 7 ਤਾਂ ਕੀਤਾ ਸੀਗਾ ਕਿ ਬਾਰਿਸ਼ ਆ ਜਿਹੜੀ ਉਹ ਮੌਸਮ ਖਰਾਬ ਹੋਣ ਕਰਕੇ। ਜੇ 7 ਨੂੰ ਵੀ ਮੌਸਮ ਖਰਾਬ ਰਹਿੰਦਾ, ਕਿਸਾਨ ਜਥੇਬੰਦੀਆਂ ਕਹਿੰਦੇ ਕਿ ਉਹ ਜਿਹੜਾ ਕੈਨਸਲ ਨਹੀਂ ਕੀਤਾ ਜਾਊਗਾ, ਫਿਰ 7 ਨੂੰ ਦੇਖੀ ਜਾਊਗੀ ਜਿਵੇਂ ਵੀ ਹੋਊਗਾ। ਜੇ ਬਾਰਿਸ਼ 'ਚ ਇੱਥੇ ਬੈਠੇ ਆ ਤੇ ਉੱਥੇ ਵੀ ਬਾਰਿਸ਼ 'ਚ ਜਾਣ ਨੂੰ ਤਿਆਰ ਨੇ, ਤੇ ਉਹ ਰਿਹਰਸਲ ਹੋਵੇਗੀ 26 ਜਨਵਰੀ ਦੇ ਲਈ ਫਲੈਗ ਮਾਰਚ ਜਿਹੜਾ ਉਹ ਕੱਢਿਆ ਜਾਵੇਗਾ। ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਤੇ ਸਾਡੇ ਨਾਲ ਰੁਲਦੂ ਸਿੰਘ ਮਾਨਸਾ ਜੀ ਜੋ ਮਾਨਸਾ ਤੋਂ ਮੌਜੂਦ ਨੇ, ਕਿਸਾਨ ਜਥੇਬੰਦੀਆਂ ਦੇ ਆਗੂ ਨੇ ਤੇ ਖੁੰਡੇ ਵਾਲੇ ਜਿਹੜੇ ਕਿਸਾਨ ਆਗੂ ਮੰਨੇ ਜਾਂਦੇ ਨੇ, ਅੱਜ ਵੀ ਇੱਥੇ ਬੈਠੇ ਨੇ। ਪਰ ਖੁੰਡਾ ਡਰਾਉਣ ਲਈ ਨਹੀਂ, ਕਿ ਖੁੰਡਾ ਉਹਨਾਂ ਦਾ ਇੱਕ ਚਿੰਨ੍ਹ ਬਣ ਚੁੱਕਿਆ ਜਾਂ ਉਹਨਾਂ ਦਾ ਇੱਕ ਨਿਸ਼ਾਨੀ ਵੀ ਬਣ ਚੁੱਕੀ। ਹੁਣ ਖੁੰਡੇ ਵਾਲੇ ਸਰਦਾਰ ਬਾਈ ਦੇ ਸਾਡੇ ਨਾਲ ਨੇ। ਮੀਟਿੰਗ ਹੋਈ ਆ, ਮੀਟਿੰਗਾਂ ਸਰਕਾਰਾਂ ਨਾਲ ਵੀ ਹੁੰਦੀਆਂ, ਮੀਟਿੰਗਾਂ ਇੱਥੇ ਵੀ ਰੋਜ਼ ਹੋ ਰਹੀਆਂ ਨੇ। ਅਗਲੀ ਰਣਨੀਤੀ ਕੀ ਹੋਵੇਗੀ? ਤਿਆਰੀ ਹੋਊਗੀ 26 ਜਨਵਰੀ ਦੀ? ਹਾਂ, ਇੱਕ ਤਰ੍ਹਾਂ ਰੈਸਲ ਹੈਗੀ ਹੋਵੇ, ਰੈਸਲ ਕਰਨ ਜਾ ਰਹੇ ਹਾਂ ਕਿ ਵੀ ਇੰਨੇ ਕੁ ਹੋਣੀ ਚਾਹੀਦੀ ਹੈ ਸਾਨੂੰ। ਪਰ ਇੱਕ ਮੈਂ ਜ਼ਰੂਰ ਕਹੂੰਗਾ, ਸਾਨੂੰ ਸ਼ਾਂਤਮਈ ਰਹਿਣਾ ਚਾਹੀਦਾ। ਜਿੱਥੇ ਸਾਨੂੰ ਪੁਲਿਸ ਰੋਕਦੇ ਸਾਨੂੰ ਰੁਕ ਜਾਣਾ ਚਾਹੀਦਾ, ਧੱਕਾ ਨਹੀਂ ਕਰਨਾ ਚਾਹੀਦਾ। ਅੰਦੋਲਨ ਜੇ 7 ਨੂੰ ਵੀ ਰੋਕਦੀ ਹੈ ਕਿ ਦੇਖੋ, ਅੰਦੋਲਨ ਦਾ ਅਖੀਰ ਤੇ ਫੈਸਲਾ ਤਾਂ ਹੋਣਾ ਹੀ ਹੈ। ਜਾਂ ਸਰਕਾਰ ਮੰਗਾ ਮੰਨੂ ਅਖੀਰ ਤੇ ਜਾ ਕੇ, ਜਾਂ ਫਿਰ ਜੇ ਤੁਸੀਂ ਕਹਿੰਦੇ ਹੋ ਸਾਨੂੰ ਵਧਣਾ ਪਊਗਾ, ਫਿਰ ਸਰਕਾਰ ਨੂੰ ਕਰਨਾ ਪਊਗਾ। ਜੇ ਗੱਲ ਤਾਂ ਕਰਨੀ ਪਊ ਨਾ, ਕਪਾਂ ਦਿਨ ਪਾ ਕੇ ਕਰ ਲਈਏ। ਉਸ ਬਾਰੇ ਮੀਟਿੰਗ ਹੋ ਚੁੱਕੀ ਹੈ ਕਿ 26 ਤਰੀਕ ਦਾ ਪ੍ਰੋਗਰਾਮ ਜੇ ਅੰਦਰ ਵੱਧ ਗਏ ਜਾਂ 4-5 ਕਿਲੋਮੀਟਰ ਜਾਂਦੇ ਅੱਗੇ ਰੋਕ ਲਿਆ ਜਾਂਦਾ ਹੈ, ਵੀ ਰੁਕਣਗੇ, ਜਾਂ ਟਰੈਕਟਰ ਟਰਾਲੀਆਂ ਵੀ ਨਾਲ ਹੋਣਗੀਆਂ, ਜਾਂ ਇਕੱਲੇ ਟਰੈਕਟਰ ਹੋਣਗੇ, ਇਦਾਂ ਦਾ ਕੀ? ਨਹੀਂ, ਮੇਰੀ ਰਾਏ ਉਹ ਤੁਹਾਡੇ ਕੋਲੇ ਵੀ ਹੈ, ਉੱਥੇ ਵੀ ਹੋਊ। ਮੇਰੀ ਰਾਏ ਇਹ ਹੋਊ ਜਿੱਥੇ ਸਰਕਾਰ ਰੁਕੂ ਸਾਨੂੰ ਰੁਕ ਜਾਣਾ ਚਾਹੀਦਾ, ਟਕਰਾ 'ਚ ਨਹੀਂ ਹੋਣਾ ਚਾਹੀਦਾ। ਹਿੰਸਕ ਨਹੀਂ ਨਾ ਸਵਾਲ ਇਹ ਸਾਨੂੰ ਭਗਤ ਸਿੰਘ ਕਹਿ ਕੇ ਗਏ ਵੀ ਕੋਲ ਨਹੀਂ ਹਿੰਸਕ ਹੋਣ ਦੇਣਾ। ਜੇ ਤੁਸੀਂ ਜਿੱਤਣਾ ਹੈਗਾ ਮਤਲਬ ਉਹ ਹੁਣ ਜਾਵੇ, ਕੋਈ ਚੱਕਰ ਨਹੀਂ। ਜੋ ਚਾਚਾ ਜੀਤ ਨੇ 9 ਮਹੀਨੇ ਲੜਿਆ, ਮਤਲਬ ਅੰਦੋਲਨ ਜਿੱਤ ਲਿਆ ਸੀ, ਲੜੀ ਜਾਵਾਂਗੇ, ਕੀ ਫਰਕ ਪੈਂਦਾ ਹੈਗਾ? ਹੁਣ ਗਾਂਧੀ ਨੇ ਸ਼ਾਂਤਮਈ ਰੱਖਿਆ, ਉਹ ਆਦੀ ਜਮਾਤ ਨੂੰ ਰਾਜ ਦਵਾ ਗਿਆ। ਭਗਤ ਸਿੰਘ ਸਾਡੇ ਵਾਸਤੇ ਫਾਂਸੀ ਚੜ ਗਿਆ। ਕੋਈ ਘੋੜ ਤਾਂ ਉਹ ਵੀ ਵਾਲਾ ਹਿੰਸਕ ਨਹੀਂ ਉਤਰਿਆ ਸੀਗਾ, ਥੋੜਾ ਜਿਹਾ ਉਤਰਿਆ, ਪਰ ਉਹਨੂੰ ਫਾਂਸੀ ਚੜਨਾ ਪੈ ਗਿਆ। ਅਸੀਂ ਮਤਲਬ ਸ਼ਾਂਤਮਈ ਅੰਦੋਲਨ ਰੱਖਾਂਗੇ, ਲੰਮਾ ਸਮਾਂ ਲੜਾਂਗੇ। ਟਰਾਲੀਆਂ ਇੱਥੇ ਹੋਣਗੀਆਂ, ਅਸੀਂ ਕੱਢਾਂਗੇ ਇਕੱਲੇ ਟਰੈਕਟਰ। ਕਿੰਨੇ ਟਰੈਕਟਰ? ਇਹ ਟਰੈਕਟਰ ਕੱਢੇ ਜਾਣਗੇ ਜਾਂ ਪੰਜਾਬ ਤੋਂ ਮੰਗਾਏ ਜਾਣਗੇ? ਕੁਛ ਪੰਜਾਬ ਤੋਂ ਹੀ ਮੰਗਾਵਾਂਗੇ। ਇਹ ਚਾਲੇ ਇਹਨਾਂ ਨੂੰ ਜਰ ਲੱਗੀ ਪਿਆ ਨੇ, ਤੇਲ ਤੂਲ ਚਲਾ ਕੇ ਦੇਖ ਲਾਂਗੇ। ਕਿ ਪਿਸਟਨ ਚੈੱਕ ਕੀਤੇ? ਹਾਂ, ਪੈਸੇ ਉਹ ਤਾਂ ਰੋਜ਼ ਕਰਦੇ ਹੋ, ਫੌਜ ਨਾ ਰੋਜ਼ ਕਰਦੇ ਹੋ। ਸਾਡਾ ਪੱਕਾ ਤਿਆਰ ਕਿਹਾ ਬਈ ਰੋਜ਼ਾਨਾ ਚੈੱਕ ਕਰੋ ਉਹਨਾਂ ਨੂੰ। ਜੀ, ਅਸੀਂ ਸਾਡੇ ਸਹਿਯੋਗੀ ਜਗਮੀਤ ਸਿੰਘ ਵੱਲੋਂ ਵੱਖ-ਵੱਖ ਕਿਸਾਨ ਆਗੂਆਂ ਦੇ ਨਾਲ ਕੀਤੀ ਗਈ ਗੱਲਬਾਤ, ਜੋ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਹਾਲ ਦੇ ਵਿੱਚ 3 ਬਿੱਲ ਨੇ ਜੋ ਉਹ ਰੱਦ ਕਰਵਾ ਕੇ ਹੀ ਇੱਥੋਂ ਵਾਪਸ ਜਾਣਗੇ। ਇਸ ਤੋਂ ਪਹਿਲਾਂ ਵਾਪਸ ਜਾਣ ਦਾ ਕੋਈ ਵੀ ਸਵਾਲ ਹੈ ਜਿਹੜਾ ਉਹ ਪੈਦਾ ਨਹੀਂ ਹੁੰਦਾ। ਤੁਸੀਂ ਸਾਫ਼ ਦੇਖ ਸਕਦੇ ਹੋ, ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਮੀਂਹ ਦੇ ਮੌਸਮ ਦੇ ਵਿੱਚ ਵੀ ਇਹਨਾਂ ਵੱਲੋਂ ਆਪਣੀ ਰਣਨੀਤੀ ਹੈ ਜੋ ਉਹ ਉੱਥੇ ਲਗਾਤਾਰ ਤਿਆਰ ਕੀਤੀ ਜਾ ਰਹੀ ਹੈ। ਤੁਹਾਨੂੰ ਉਸ ਪ੍ਰੈਸ ਕਾਨਫਰੰਸ ਦੇ ਵੱਲ ਵੀ ਲੈ ਕੇ ਚੱਲਦੇ ਹਾਂ ਜੋ ਉੱਥੇ ਵੱਖ-ਵੱਖ ਕਿਸਾਨ ਆਗੂਆਂ ਵੱਲੋਂ ਇੱਥੇ ਸੱਦੀ ਗਈ ਹੈ। कि 7 तारीख को, पहले 6 तारीख हमने बोला था, उस प्रोग्राम को अब 7 तारीख कर रहे हैं। 7 तारीख को 4 तरफ से ये जो एक्सप्रेस वे है इस पे किसान ट्रैक्टर मार्च करेंगे। एक तो इधर कुंडली बॉर्डर से चलेंगे, उधर टिकरी बॉर्डर से चलेंगे 7 तारीख को सुबह 11 बजे, और उस तरफ गाजीपुर बॉर्डर से पलवल की तरफ, और इधर मेवात से, मेवात में साकरस करके जगह है, वहां रिवासन से पलवल की तरफ। तो 4 तरफ से ट्रैक्टर मार्च होगा। 26 जनवरी को ये देश जो ऐतिहासिक गणतंत्र परेड देखने वाला है, उसका एक ट्रेलर, उसकी एक झलकी
आपको परसों 7 तारीख को दिखाई देगी। पहला डिसीजन। 9 तारीख को सर चौधरी छोटू राम की पुण्यतिथि है। हमारे तमाम मोर्चों पे हम उस किसान नेता को याद करेंगे जिसने हमें वो एपीएमसी और तमाम कानून दिए थे जिनको बचाने के लिए आज हम लड़ाई कर रहे हैं। 13 तारीख को लोहड़ी है। 14 को देश में कई जगह पे संक्रांति अलग अलग नाम से मनाई जाती है। उसे किसान संकल्प दिवस की तरह हम मनाएंगे और हर जगह पे उस आग में हम इन तीनों कानूनों को समर्पित करेंगे। इसके बाद के प्रोग्राम भी अनाउंस्ड हैं, लेकिन इन 3 की डिटेल हमने वर्कआउट कर ली है। आज ये सब प्रोग्राम किए जाएंगे। और आपको ये भी याद दिला दूं कि कल से 14 दिन के लिए, पंजाब में 15वाड़ा कहते हैं, 15 दिन के लिए, हिंदी में पखवाड़ा बोलते हैं, 2 हफ्ते के लिए पूरे देश में देश जागरण का अभियान चलेगा। देश के कोने कोने में अलग अलग इलाकों में हमारे साथी ये बताएंगे आपको, अलग अलग इलाकों में प्रोटेस्ट शुरू हो चुके हैं। ये सब प्रोटेस्ट गहरे किए जाएंगे ताकि ये जो बात है कि ये सिर्फ पंजाब का है, सिर्फ पंजाब हरियाणा का है, इस झूठ का पर्दाफाश किया जा सके। अब मैं 7 तारीख को सुबह 11 बजे एक साथ 4 तरफ से मार्च शुरू होंगे, ट्रैक्टर मार्च। ये जो केएमपी है, ये जो एक्सप्रेस वे है दिल्ली का, वेस्टर्न और ईस्टर्न दोनों मिला के, उस पे यहां 4 बजे यहां कुंडली की तरफ से चढ़ेंगे और उधर टिकरी की तरफ से चढ़ेंगे। दोनों तरफ से हम आए। सॉरी, हाँ, एक तीसरा भी है वहां पे। तीसरा हमारे साथियों ने बताया था ढांसा बॉर्डर पे। तो 3 तरफ से, सत्यवान जी ने जो बताया था, 3 तरफ से 11 तारीख को हम इधर ये जो हमारा वेस्टर्न एक्सप्रेस वे है उस पे, और उधर ईस्टर्न साइड पे रेवासन से, हाँ 7 तारीख को 11 बजे ईस्टर्न एक्सप्रेस वे पे 2 तरफ से, रेवासन से और उधर गाजीपुर से, दोनों तरफ से होगा। ये सब ट्रैक्टर एक दूसरे को मिडवे मिलेंगे और फिर वहीं से वापस आ जाएंगे। ये प्लान है हमारा 7 तारीख का। और जैसा मैंने कहा, देश ये छोटा सा ट्रेलर देखेगा कि 26 तारीख को कैसी शानदार ट्रैक्टर परेड हो। रिहर्सल है ये, आप एक समझ लीजिए। फुल ड्रेस रिहर्सल होती है ना रिपब्लिक डे परेड की 23 तारीख को, तो ये हमारी अभी तो छोटी सी रिहर्सल है, आप देखिए। अब मैं राजा राम जी से आग्रह करूंगा। राजा राम जी किसान महासभा के अखिल भारतीय महासचिव, जनरल सेक्रेटरी। सरकार तीनों कानून को वापस ले जो किसान विरोधी हैं। बिजली बिल उसने प्रोड्यूस करने से अपने से ही कह दिया है कि हम नहीं प्रोड्यूस करेंगे। इससे राजा राम जी, इससे नीचे पर कोई बात नहीं होगी। देश का किसान आंदोलन आगे जाएगा। दूसरी बात ये हम कहना चाहते हैं कि जिस देश में 4 लाख किसानों ने खेती घाटे में है, कर्जे में डूब करके आत्महत्या की हो, उस देश का एक मंत्री मोदी सरकार का ये कहता है कि एमएसपी मार्केट रेट से ज्यादा है, यही समस्या की जड़ है। हम उनके दूसरे बयान को भी शर्मनाक बनाते हैं, बताते हैं, उसकी निंदा करते हैं, जिसमें वो कहते हैं कि सरप्लस जो फूड ग्रेन है यही समस्या है। हमारा देश ग्लोबल हंगर इंडेक्स में नेपाल, बांग्लादेश और पाकिस्तान से भी नीचे है। भूख की स्थिति बहुत गहरी है। महिलाएं 56% एनीमिया की शिकार हैं। 54% बच्चे कुपोषण के शिकार हैं। उस देश में एक मिनिस्टर कैबिनेट का कहता है कि सरप्लस फूड जो है, फूड ग्रेन्स है, यही समस्या की जड़ है। ये शर्मनाक है और ये भी बताता है कि वो कॉरपोरेट खेती की तरफ बढ़ना चाहते हैं। वो एक कैबिनेट में फैसला ले रहे हैं कि हम चावल से, गेहूं से, बाजरा से, मक्का से, ज्वार से, जौ से हम इथेनॉल बनाएंगे। हम कहना चाहते हैं कि जहां फूड इनसिक्योरिटी है, इस तरह के फैसले हिंदुस्तान में गरीबों को और भूख से मारने वाले हैं और ये नहीं चलेगा। कल तक यही लोग कहते थे कि बड़े फार्मरों का आंदोलन है और आज गरीबों के प्रति कितना बेरुखी भरा रवैया है
ये मोदी सरकार की कैबिनेट बता रही है कि उनको कोई परवाह नहीं है बीपीएल फैमिलीज की, गरीबों की। तो इसकी निंदा हम करते हैं। हमारा आंदोलन जारी है। देश के विभिन्न हिस्सों में, पटना में हमने 29 को रैली की दिसंबर में, बम्बई में हमारी रैली हुई, कलकत्ता में हमारी रैली हुई, तंजावुर में, तमिलनाडु में हमारी रैली हुई, अभी भी मध्य प्रदेश में, महाराष्ट्र से दिल्ली भी आ रहे लोग, वहाँ कार्यक्रम हो रहे हैं। पूरे देश के कोने कोने से आंदोलन की खबरें आ रही हैं। आज बिहार में हमने अनिश्चितकालीन कम से कम 20-25 जिलों में धरने शुरू करवाए हैं। 25 जनवरी को, 26 जनवरी के पहले पूरे बिहार मानव श्रृंखला बना रहा है इसी सवाल पर कि तीनों कानून को वापस लो। तो हम आपसे कहना चाहते हैं कि मोदी सरकार के हित में है कि वो कानून वापस लें, नहीं तो हम उनके पैर के नीचे की जमीन हिंदुस्तान में खिसका देंगे। धन्यवाद। भारतीय किसान यूनियन के जनरल सेक्रेटरी युद्धवीर। देखिए, आज 41वां दिन है आंदोलन को, और जिस हठधर्मिता से सरकार अपना रवैया अख्तियार किए हुए है, वो दर्शाता है कि सरकार, और सरकार में खासतौर पे हमारे प्रधानमंत्री जी अपने अहंकार के सामने किसानों को नजरअंदाज कर रहे हैं। मैं बता दूं, इतिहास गवाह, सबसे बड़ा अहंकारी रावण था और वो उसके अहंकार ने उसको डबो दिया था। ये अहंकारी मतलब किसान इनका तोड़ते जाएंगे। निश्चित तौर पे इनको ये तीनों बिल रिपील करने पड़ेंगे। किसान को उसका जो हक है, जो एमएसपी की जो लड़ाई है किसान की, उसको देना पड़ेगा। नहीं तो ये किसान अब आ गए हैं, ये लौटने वाले नहीं है। ये मोर्चे पे अंत तक डटे रहेंगे। शाहजहांपुर से 31 तारीख को कई युवा साथी बॉर्डर बैरियर को तोड़ते हुए आगे बढ़े थे, और आपने देखा होगा, मीडिया में सुना होगा किस किस तरह से उनके साथ व्यवहार किया गया। और इस वक्त हरियाणा पुलिस उनको दोनों तरफ से बंद करके, कंटेनर्स लगा लगा के, आगे का रास्ता भी और पीछे का रास्ता भी बंद करके बैठी हुई है। उन पे लंगर पहुंचाने में दिक्कत की जा रही है, लकड़ी पहुंचाने में पुलिस उनको रोक रही है। इसलिए वहां पे बैठे उन साथियों के साथ बैठे ग्रामीण किसान संगठन गंगानगर के साथी रंजीत राजू आपको वहां की स्थिति बताएं। साथियों, निश्चित जवानी का जोश ही क्रांति लेके आता है, कोई दो राय नहीं इस बात में। 31 तारीख 13 तारीख को हमने शाहजहांपुर नाका लगाया था। 17 दिन के बाद जवानी ने वो तो ठहराव आ गया आंदोलन में। उन्होंने 31 को बैरियर तोड़ा और आगे निकले। शाहजहांपुर से लगभग 25 किलोमीटर आगे जाकर पुलिस प्रशासन ने रोक लिया, और हमारे साथी थे, हमारे बच्चे थे, हमें उसी दिन उनके साथ आ जाना चाहिए था, लेकिन कुछ अनुशासन के तहत वहां रुके। फिर संयुक्त किसान मोर्चा की 1 तारीख को मीटिंग हुई थी। उस मीटिंग में मैंने कहा था, भाई हमें सबको एक साथ आगे बढ़ना पड़ेगा, हम नहीं रुक सकते, क्योंकि हमारे बच्चे जो गंगानगर हनुमानगढ़ से आए हैं, उन बच्चों के साथ मेरे को जाना पड़ेगा। तो परसों दोबारा एक बार बैरियर तोड़ते हुए हम उन बच्चों के पास पहुंचे। भाई मनिंदर मान वहां थे, राजा तामी, सुखजीत सिंह जी, टीटा भाई, बहुत साथी थे। उनके पास पहुंचे, उनको साथ लेके हम हाईवे पे आगे बढ़े। ये आंदोलन कायनात लड़ रही है, हम नहीं लड़ रहे। हुआ क्या, जब हम हाईवे पे आगे बढ़े तो जहां शाहजहांपुर से 31 किलोमीटर आगे रेवाड़ी बाईपास आता है, और दिल्ली जयपुर हाईवे पे आकर एक मोर्चा और सरकार ने लगा दिया। सरकार ने हमारे आगे आके बड़े बड़े कंटेनर लगा दिए। मजबूरन हमें वहां रुकना पड़ा। नौजवान साथियों ने प्रयास किया कंटेनर वापस हटा दिए जाए, लेकिन कंटेनर हटा नहीं पाए, और रख भी दी है। जो टीयर गैस हम पर फेंकी गई वो भी एक्सपायर्ड थी। और कुछ साथी बता रहे थे इस पे यूएनओ के माध्यम से बैन लगा हुआ है, इसको इस्तेमाल नहीं कर सकते, लेकिन हम पे बहुत बुरी तरीके से तशद्दुद की गई। शहीदों को नमन करते हुए, सरकार इतनी बेसंजीदा है, मेरे को जब ये बात यहाँ बोलनी नहीं चाहिए, मैं कई दफा बोल चुका हूँ। अगर तो लोकतंत्र है, सरकार को वोट चाहिए,
तो इससे बड़ा आंदोलन आज तक नहीं हुआ, सब कह रहे हैं। फिर भी सरकार अपने वो हठकर्मिता पर अड़ी हुई है, तो इसका मतलब कहीं ना कहीं लोकतंत्र को भी खतरा है। ਜੀ ਇਹ ਸੀ ਹੁਣ ਤੱਕ ਦੀ ਕਿਸਾਨ ਆਗੂਆਂ ਦੀ ਰਣਨੀਤੀ ਕਿ ਉਹਨਾਂ ਵੱਲੋਂ ਹੁਣ ਅਗਲਾ ਫੈਸਲਾ ਕੀ ਲਿਆ ਗਿਆ ਹੈ। ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਇਹ ਰਣਨੀਤੀ ਤਿਆਰ ਕੀਤੀ ਗਈ ਹੈ ਕਿ 26 ਜਨਵਰੀ ਨੂੰ ਇੱਕ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਮਾਰਚ ਹੈ ਜੋ ਦਿੱਲੀ ਭਰ ਦੇ ਵਿੱਚ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਹੈ ਜੋ ਉਹ ਬੁਲੰਦ ਕੀਤੀ ਜਾਵੇਗੀ। ਭਾਵੇਂ ਕਿ ਹੁਣ ਤੱਕ ਹੋਈਆਂ 7 ਗੇੜ ਦੀਆਂ ਬੈਠਕਾਂ ਦੇ ਵਿੱਚ ਕੋਈ ਵੀ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਇਆ, ਸਿਵਾਏ ਉਹਨਾਂ 2 ਮੰਗਾਂ ਦੇ ਜੋ ਪ੍ਰਸਤਾਵ ਦੇ ਵਿੱਚ ਰੱਖੀਆਂ ਗਈਆਂ ਸੀ। ਤੁਹਾਨੂੰ ਦੱਸ ਦਈਏ ਕਿ ਇਹਨਾਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਹੋ ਰਹੀ 8ਵੇਂ ਗੇੜ ਦੀ ਬੈਠਕ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਅਹਿਮ ਫੈਸਲਾ ਨਾ ਸਾਹਮਣੇ ਆਵੇ, ਪਰ ਕੇਂਦਰ ਵੱਲੋਂ ਬੁਲਾਈ ਜਾਂਦੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਰੱਖਿਆ ਜਾਂਦਾ ਮੀਟਿੰਗ ਦਾ ਸਮਾਂ ਸਿਰਫ ਗੱਲਬਾਤ ਨੂੰ ਜਾਰੀ ਰੱਖਣ ਦਾ ਇੱਕ ਸਿਲਸਿਲਾ ਹੈ, ਤਾਂ ਕਿ ਕੇਂਦਰ ਨੂੰ ਇਹ ਨਾ ਮਹਿਸੂਸ ਹੋਵੇ ਕਿ ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਹੈ ਉਹ ਜਾਰੀ ਨਹੀਂ ਰੱਖੀ, ਜਿਸ ਕਾਰਨ ਅਸੀਂ ਆਪਣਾ ਫੈਸਲਾ ਜਾਂ ਤੁਹਾਡੇ ਬਿੱਲਾਂ ਦੇ ਉੱਤੇ ਕੋਈ ਫੈਸਲਾ ਨਹੀਂ ਸੁਣਾ ਸਕੇ। ਇਹ ਸੀ ਹੁਣ ਤੱਕ ਦੀ ਅਪਡੇਟ। ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਜਲਦੀ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।